ਚਲੋ ਸਟੂਡੈਂਟ ਸਟਾਰਟ ਕਰਦੇ ਹਾਂ। ਕਰੰਟ ਅਫੇਅਰਸ ਹੈ, ਜੂਨ ਦਾ ਪਾਰਟ 2 ਹੈ। ਠੀਕ ਹੈ, 24 ਜੂਨ ਤੱਕ ਇਹਦੇ ਵਿੱਚ ਆਪਾਂ ਕਵਰ ਕਰ ਰਹੇ ਹਾਂ। 24 ਜੂਨ ਤੱਕ ਆਪਣੇ ਕਰੰਟ ਅਫੇਅਰਸ ਕਵਰ ਹੋਣਗੇ ਇਸ ਪਾਰਟ 'ਚ। ਠੀਕ ਹੈ, ਤਾਂ ਤੁਹਾਨੂੰ ਪਤਾ ਹੈ ਮੁੰਬਈ ਦੇ ਵਿੱਚ ਹੁਣ ਇਸ ਫੈਸਟੀਵਲ ਹੋ ਕੇ ਹਟਿਆ। ਠੀਕ ਹੈ, ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਜੂਨ ਦੇ ਵਿੱਚ ਹੋਇਆ ਸੀਗਾ। ਤਾਂ ਇਹਦੀ ਥੀਮ ਪੁੱਛੀ ਗਈ ਹੈ ਕੀ ਸੀਗੀ। ਵਟ ਵਾਜ਼ ਦ ਥੀਮ ਆਫ ਦ 18th ਐਡੀਸ਼ਨ ਆਫ ਦ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ। ਹਾਂਜੀ ਬੱਚੋ, ਕੀ ਥੀਮ ਸੀਗੀ? ਨਹੀਂ ਲਿਖੀ ਹੋਈ। ਦੱਸੋ, ਐਨੀਵਨ? ਇੰਡੀਆ एनलाइटमेंट एज। बच्चों इस टाइम केड़ा टाइम चलदा पिया इंडिया दा? अमृतकाल। अमृतकाल च इंडिया बच्चों। ठीक है, तो इस करके इंडिया इज इन अमृतकाल। अमृतकाल किनू कहा गया? देखो 75 साल हो गए अपनी आजादी नू, है ना। 75 to 100 ईयर का जो टाइम रखा गया इनू अमृतकाल कहा गया, जो कि 2047 च जाके पूरा हो। बहुत सारे आप टारगेट्स लेके चले हैं 2047 तक पूरे करने लिए। ठीक है, तो जो पीरियड है ना 75 to 100 तक, इंडिया की आजादी 75 ईयर हो गए सीगे। ठीक है, उस तो बाद जो 100 ईयर तक का टाइम है जो 47 पूरे हो जाएंगे, उस टाइम ਨੂੰ ਆਪਾਂ ਕਿਹਾ ਗਿਆ अमृतकाल। ਤਾਂ बहुत जगह ਤੁਸੀਂ ਇਹ वर्ड यूज करोगे, वर्ड देखोगे भी। इंडिया इज इन अमृतकाल, यही थीम ਸੀਗੀ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ। ਠੀਕ ਹੈ, 2024 ਦੀ। ਤਾਂ ਜਿਵੇਂ ਆਪਾਂ ਕੇਨਸ ਫਿਲਮ ਫੈਸਟੀਵਲ ਦੇਖਿਆ ਵਰਲਡ ਲੈਵਲ ਤੇ, ਉਵੇਂ ਹੀ ਇਹ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਹੈ ਆਪਣੇ ਇੰਡੀਆ 'ਚ ਹੁੰਦਾ ਜਿਹੜਾ। ਠੀਕ ਹੈ, ਇਹਦੇ ਬਾਰੇ ਅੱਗੇ ਹੋਰ ਪੜਾਂਗੇ। ਤਾਂ ਇੰਡੀਆ ਇਜ਼ ਇਨ ਅੰਮ੍ਰਿਤਕਾਲ ਦੀ ਥੀਮ ਹੈ। ਠੀਕ ਹੈ ਬੱਚੋ, ਆ ਬਹੁਤ ਇੰਪੋਰਟੈਂਟ ਹੈ। ਤਾਂ ਤੁਹਾਨੂੰ ਪਤਾ ਹੈ ਬਹੁਤ ਜ਼ਰੂਰੀ ਵੀ ਸੀਗਾ ਬਿੱਲ ਲੈ ਕੇ ਆਣਾ, ਕਿ ਬਹੁਤ ਸਾਰੇ ਪੇਪਰਾਂ ਦੇ ਵਿੱਚ ਚੀਟਿੰਗ ਦੇ ਕੇਸ ਪਾਏ ਜਾਂਦੇ ਸੀ। ਪੇਪਰ ਲੀਕ ਕਰਵਾਤਾ। ਠੀਕ ਹੈ, ਪੇਪਰ ਦੀ ਪਹਿਲਾਂ ਹੀ ਸੈਟਿੰਗ ਕਰਵਾਤੀ ਸਾਰੀ, ਜਿਹਦੇ ਵਿੱਚ ਚੀਟਿੰਗ ਦੇ ਕੇਸ ਕਰਕੇ ਬਹੁਤ ਸਾਰੇ ਬੱਚਿਆਂ ਦਾ ਫਿਊਚਰ ਖਰਾਬ ਹੋ ਜਾਂਦਾ ਹੈ। ਹੁਣ ਜਸਟ ਇਮੈਜਿਨ ਕਰੋ ਕਿ ਤੁਹਾਡੀ 32 ਈਅਰ ਏਜ ਲਿਮਿਟ ਹੈ ਪੇਪਰ ਦੇਣ ਦੀ। 30 ਈਅਰ ਦੀ ਏਜ ਤੁਸੀਂ ਪੇਪਰ ਸੋਚਿਆ ਦੇਣਾ ਕਿ ਮੈਂ 2-3 ਪੇਪਰ ਦਊਂਗਾ, ਬਟ ਉਹ ਪੇਪਰ ਪੋਸਟਪੋਨ ਹੋ ਗਿਆ, ਰਿਜ਼ਲਟ ਹੀ ਨਹੀਂ ਆਇਆ, ਖਰਾਬ ਹੋ ਗਿਆ, ਹਨਾ। 31 ਸਾਲ ਤੁਹਾਡੇ ਐਂ ਟਪਾਤੇ ਉਹਨਾਂ ਨੇ। ਇਹਦੇ ਨਾਲ ਮਤਲਬ ਤੁਹਾਡੇ ਨਾਲ ਤਾਂ ਗਲਤ ਹੋ ਗਿਆ ਨਾ, ਅਨਫੇਅਰ ਹੋ ਗਿਆ, ਜਿੰਦੇ ਕਰਕੇ ਬਹੁਤ ਸਾਰੇ ਬੱਚਿਆਂ ਦਾ ਕਰੀਅਰ ਖਰਾਬ ਹੋ ਜਾਂਦਾ। ਇੱਕ ਸਾਈਕੋਟ੍ਰੋਫਿਕ, ਹਨਾ, ਸਾਈਕੋਲੋਜੀਕਲ ਬੱਚੇ ਨੂੰ ਟਰਾਮਾ ਹੋ ਜਾਂਦਾ ਸੀਗਾ। ਇਹ ਦੇਖੋ ਵਿਸ਼ਵਾਸ ਹੀ ਉੱਠ ਗਿਆ ਸੀ ਐਗਜ਼ਾਮੀਨੇਸ਼ਨ ਤੋਂ। ਆਪਣੇ ਪੰਜਾਬ ਚ ਨਾਇਬ ਤਹਿਸੀਲਦਾਰ ਦਾ ਪੇਪਰ ਚ ਪ੍ਰੋਬਲਮ ਆਈ। ਠੀਕ ਹੈ, ਰਾਜਸਥਾਨ ਚ ਬਹੁਤ ਸਾਰੇ ਪੇਪਰਸ ਹੁੰਦੇ ਜਿਹਨਾਂ ਚੀਟਿੰਗ ਦੇ ਕੇਸ ਆਉਂਦੇ ਆ, ਜਿਨ੍ਹਾਂ ਕਰਕੇ ਬੱਚੋ ਜਿਹੜੇ ਡੈਡੀਕੇਟਿਡ ਸਟੂਡੈਂਟਸ ਹੈ ਜਾਂ ਜਿਹੜੇ ਅੱਛੇ ਸਟੂਡੈਂਟਸ ਹੁੰਦੇ ਆ ਉਹਨਾਂ ਦਾ ਕਰੀਅਰ ਖਰਾਬ ਹੋ ਜਾਂਦਾ ਸੀਗਾ। ਇਸੇ ਕਰਕੇ ਸਰਕਾਰ ਬਿੱਲ ਲੈ ਕੇ ਆਈ ਸੀਗੀ ਪਬਲਿਕ ਐਗਜ਼ਾਮੀਨੇਸ਼ਨਸ ਪ੍ਰੀਵੈਂਸ਼ਨ ਆਫ ਅਨਫੇਅਰ ਮੀਨਸ ਬਿੱਲ 2024। ਹੁਣ ਇਹਨਾਂ ਨੇ ਇਹ ਪੁੱਛਿਆ ਕਿ ਇਹ ਬਿੱਲ ਦੇ ਵਿੱਚ ਕੀ ਕੀ ਚੀਜ਼ਾਂ ਸੀਗੀਆਂ, ਤੇ ਕਿਹਾ ਗਿਆ ਸੀਗਾ ਇਹਦੇ ਵਿੱਚ 10 ਸਾਲ ਦੀ ਸਜ਼ਾ ਹੈ। ਸਹੀ ਹੈ ਕਿ ਗਲਤ ਹੈ? ਉਸ ਤੋਂ ਬਾਅਦ 1 ਕਰੋੜ ਤੱਕ ਦਾ ਫਾਈਨ ਹੈ। 1 ਕਰੋੜ ਤੱਕ ਦਾ ਫਾਈਨ। ਠੀਕ ਹੈ, ਸਹੀ ਹੈ ਬੱਚੋ, 1 ਕਰੋੜ ਤੱਕ ਦਾ ਫਾਈਨ ਹੈ। ਬੋਥ ਸਟੇਟਮੈਂਟਸ ਆਰ ਕਰੈਕਟ। 10 ਈਅਰਸ ਤੱਕ ਦੀ ਮੈਕਸਿਮਮ ਇੰਪ੍ਰਿਜ਼ਨਮੈਂਟ ਹੈ, 1 ਕਰੋੜ ਫਾਈਨ। ਠੀਕ ਹੈ, offenders ਲਈ। ਇੰਪੋਰਟੈਂਟ ਕਰੰਟ ਅਫੇਅਰ ਹੈ ਪੇਪਰ ਲਈ, ਤਾਂ ਯਾਦ ਰੱਖਣਾ ਹੈ। ਤਾਂ ਲੋਕ ਸਭਾ ਤੇ ਰਾਜ ਸਭਾ ਨੇ ਪਾਸ ਕੀਤਾ ਇਹ ਬਿੱਲ ਫੈਬ ਦੇ ਵਿੱਚ। ਉਸ ਤੋਂ ਬਾਅਦ ਦ੍ਰੋਪਦੀ ਮੁਰਮੂ ਨੇ 12 ਫੈਬਰਵਰੀ ਵਿੱਚ ਸਾਈਨ ਕਰਤੇ, ਲਾਅ ਬਣ ਗਿਆ, ਤੇ ਜੂਨ 21 ਨੂੰ ਕਿਹਾ ਗਿਆ ਸੀ ਇਹ ਐਨਫੋਰਸਮੈਂਟ ਦੇ ਵਿੱਚ ਆ ਜਾਏਗਾ, 21 ਜੂਨ ਨੂੰ। ਕਲੀਅਰ ਹੈ? 10 ਈਅਰ ਦੀ ਇੰਪ੍ਰਿਜ਼ਨਮੈਂਟ, 1 ਕਰੋੜ ਫਾਈਨ। दिस इज ऑल्सो इंपॉर्टेंट करंट अफेयर। बट ना हाई कोर्ट ने बिहार दी गवर्नमेंट, याद है इन्होंने सोशियो इकोनॉमिक कास्ट सेंसस करवाया ਸੀ ਬਿਹਾਰ ਨੇ, ਹਨਾ, ਤਾਂ ਕਿ ਰਿਜ਼ਰਵੇਸ਼ਨ ਦੇ ਸਕਣ ਆਪਣੇ ਪੋਪੂਲੇਸ਼ਨ ਨੂੰ। ਜਿਹੜੀ ਲੋਕਲ ਸਟੇਟ ਦੀ ਜੌਬਸ ਹੁੰਦੀਆਂ ਉਹਨਾਂ ਵਿੱਚ ਨਾ ਲੋਕਲ ਦੀ ਪੋਪੂਲੇਸ਼ਨ ਜਿਹੜੇ ਬਿਹਾਰ ਦੇ ਲੋਕ ਹੈ ਉਹਨਾਂ ਦੀ ਰਿਜ਼ਰਵੇਸ਼ਨ ਵਧਾਤੀ ਸੀ ਇਹਨਾਂ ਨੇ। ਤਾਂ ਬਿਹਾਰ ਹਾਈ ਕੋਰਟ ਸਟਰਕ ਡਾਊਨ ਬਿਹਾਰ ਗਵਰਨਮੈਂਟ law to increase reservation for scheduled caste, scheduled tribes, backward classes and extremely backward classes from 50% to, ਕਿੰਨੀ ਵਧਾਤੀ ਸੀ ਇਹਨਾਂ ਨੇ? ਕਾਸਟ ਸੈਂਸਸ ਕਰਵਾ ਕੇ ਕਿੰਨੀ ਵਧਾਤੀ ਸੀਗੀ? 65% ਕਰਤੀ ਸੀ ਰਿਜ਼ਰਵੇਸ਼ਨ। 65% ਤੱਕ ਕਰਤੀ ਸੀ। ਪਟਨਾ ਹਾਈ ਕੋਰਟ ਨੇ ਇਹਨੂੰ ਅਨਕॉन्स्टिट्यूशनल कहता। ਵਾਈ? 50% ਤੋਂ ਅਬਵ ਨਹੀਂ ਹੋਣੀ ਚਾਹੀਦੀ, ਕੋਟਾ ਨਹੀਂ ਪਟਣਾ ਚਾਹੀਦਾ। ਯਾਦ ਹੈ ਇੰਦਰਾ ਸਾਨੀ ਕੇਸ,
1992 ਦੇ ਵਿੱਚ ਇੰਦਰਾ ਸਾਹਨੀ ਮੰਡਲ ਕਮਿਸ਼ਨ ਦਾ ਕੇਸ ਹੋਇਆ ਸੀ ਇੱਕ, ਹਨਾ। ਉਸ 'ਚ ਇਹ ਆਪਾਂ ਕਿਹਾ ਸੀਗਾ ਕਿ ਜਿਹੜੀ ਟੋਟਲ ਕੋਟਾ ਹੋਣਾ ਚਾਹੀਦਾ ਰਿਜ਼ਰਵੇਸ਼ਨ ਦਾ, ਉਹ 50% ਤੱਕ ਹੋਣਾ ਚਾਹੀਦਾ। ਹੁਣ ਇਹ ਵਾਇਓਲੇਸ਼ਨ ਸੀਗੀ ਉਸ ਕੋਟਾ ਦੀ, ਜਿਸ ਕਰਕੇ ਪਟਨਾ ਹਾਈ ਕੋਰਟ ਨੇ ਇਹਨੂੰ ਰਿਜੈਕਟ ਕਰਤਾ। ਕਿਹੜੇ ਆਰਟੀਕਲ ਦੇ ਅਗੇਂਸਟ ਹੈ? ਹਾਂਜੀ ਬੱਚੋ, ਕਿਹੜੇ ਆਰਟੀਕਲ ਦੇ ਅਗੇਂਸਟ ਹੈ? 16 ਤੇ 14 ਦੀ ਵਾਇਓਲੇਸ਼ਨ ਹੈ। 14 ਰਾਈਟ ਟੂ ਇਕੁਐਲਿਟੀ, 16 नो डिस्क्रिमिनेशन इन पब्लिक एम्प्लॉयमेंट। ठीक है, क्लियर होया? अब 65% करता सी, इन्हां ने याद रखना है कि वैकेंसीज जिन्नियां भी सीगियां, रिजर्वेशन ऑफ वैकेंसीज इन पोस्ट एंड सर्विसेज एक्ट लेके आए सी 2023, जिंदे विच बिहार असैंबली च बिल पास होया सी, ते रिजर्वेशन 65% करती थी, बट पटना हाई कोर्ट ने इनू डिक्लेयर अनकॉन्स्टिट्यूशनल, इट इज अगेंस्ट द फंडामेंटल राइट्स। ठीक है ना। नेक्स्ट है बच्चों NHAI बारे, नेशनल हाईवे अथॉरिटी ऑफ इंडिया, इन्होंने एक मेमोरेंडम ऑफ अंडरस्टैंडिंग साइन किया, किहदे नाल कीता है? आर्टिफिशियल इंटैलीजेंस दा यूज करन दे लई किहड़े इंस्टीट्यूट नाल कीता है? हाँ जी, एनीवन कोई दस सकदा है? टू यूज AI in the monitoring of road networks, IIT बॉम्बे बच्चों? नहीं, रॉन्ग है बच्चों। द करेक्ट आंसर इज बच्चों इंद्रप्रस्थ इंस्टीट्यूट ऑफ इंफॉर्मेशन टेक्नोलॉजी। ठीक है, इंद्रप्रस्थ इंस्टीट्यूट ऑफ इंफॉर्मेशन टेक्नोलॉजी दिल्ली। रोड सेफ्टी ਨੂੰ enhance ਕਰਨ ਦੇ ਲਈ, ਮੋਨੀਟਰਿੰਗ ਕਰਨ ਦੇ ਲਈ AI ਦੀ ਯੂਜ਼ ਕਰਨ ਦੇ ਲਈ ਆਪਾਂ ਇਹ ਸਾਈਨ ਕੀਤਾ MOU। NHAI ਬਾਰੇ ਪਤਾ ਹੋਣਾ ਚਾਹੀਦਾ। NHAI ਐਕਟ ਕਦੋਂ ਆਇਆ ਸੀ? 1988 ਦੇ ਵਿੱਚ। NHAI ਐਕਟ 1988 ਕਿਹੜੀ ਮਿਨਿਸਟਰੀ ਦੇ ਅੰਡਰ ਕੰਮ ਕਰਦਾ? ਮਿਨਿਸਟਰੀ ਆਫ ਰੋਡ ਟਰਾਂਸਪੋर्ट एंड हाईवेज। ठीक है, कौन है अपने मिनिस्टर? नितिन गडकरी। ठीक है, हेडक्वार्टर्स किथे है? न्यू दिल्ली। NHAI बारे इन्ना काम पता होना चाहिए, नेशनल हाईवे अथॉरिटी ऑफ इंडिया। क्लियर होया? वर्ल्ड म्यूजिक डे कदों सैलीब्रेट किया जाता है एनुअली? तो 21 जून है, स्टैटिक क्वेश्चन है, याद रखना है। 21 जून इज सेलिब्रेटेड एज वर्ल्ड म्यूजिक डे। ओके, स्टैटिक क्वेश्चन है, बस डेट ही याद रखनी है। 24 साल बाद व्लादिमीर पुतिन प्रेसिडेंट ऑफ रशिया, ये हाल ही दे विच एक कंट्री दे टूर ते गए आ देखो आ पर्सन, है ना। तां किंदे कोल गए है? नॉर्थ कोरिया। मतलब ये आप ही खतरे की घंटी है ना, नॉर्थ कोरिया को जा रहे हैं। देखो मतलब नॉर्थ कोरिया, रशिया, चाइना, तीन एक्सिस बन जान, दुनिया कितने जाऊगी। ठीक है, ये पर्सन का तो पता नहीं लगता कुछ। याद रखना है नॉर्थ कोरिया। नॉर्थ कोरिया की कैपिटल की है? व्हाट इज द कैपिटल ऑफ नॉर्थ कोरिया? योंगयांग। ठीक है, द कैपिटल ऑफ नॉर्थ कोरिया इज योंगयांग। चलो अभी हो गई। करेंसी की है? वॉन, नॉर्थ कोरियन वॉन। ठीक है, आ इन्हां दे चीफ है, डिक्टेटरशिप चलती नॉर्थ कोरिया च, पता है ना, किसी ने खुल के साह लैन की भी आजादी नहीं हैगी इत्थे। किम जोंग उन, आ पर्सन का नाम याद रखना है। योंगयांग, पी तो स्टार्ट होएगा। योंगयांग आ रहा, योंगयांग। करेंसी नॉर्थ कोरियन वॉन, लीडर किम जोंग उन। ठीक है, ये वो पर्सन है जिहड़ा सुबह उठ के कहता चलो साउथ कोरिया ते मिसाइल सिट दो। ठीक है, ये खतरनाक है। एक बार इन्हां दी मतलब मीटिंग दे विच एक इन्हां दा मिनिस्टर यौन कर रहा है, यौन, गोली मारती सी उत्थे मीटिंग दे विच। तुसीं तां पता नहीं क्लास च की कुछ करदे रहिंदे हो, देख लो। हाँ जी, हाँ जी, फिर कंडीशन खराब हो रही है। ठीक है ना, कंडीशन खराब हो रही है, इसे करके इन्होंने हुण एक मिसाइल का, अब मैं तुहानूं कहा ही, इन्होंने टेस्ट किया सरफेस टू सी मिसाइल। ठीक है, USA ते नॉर्थ साउथ कोरिया एक्चुअली दे आर डूइंग मिलिटरी ड्रिल्स इन सी। ਉਹ ਹੁਣ ਮਿलिटरी ਡ੍ਰਿਲਸ ਕਰਦੇ ਪਏ ਆ, ਜਿੰਦੇ ਕਰਕੇ ਨਾਰਥ ਕੋਰੀਆ ਤੇ ਰਸ਼ੀਆ ਤੇ ਚਾਈਨਾ ਹੁਣ ਇਹ ਸਾਰੇ ਇਕੱਠੇ ਹੋ ਕੇ ਹੁਣ ਕਾਊਂਟਰ ਕਰਦੇ ਪਏ ਆ। ਰੋਲਾ ਹੀ ਇਹਨਾਂ ਦਾ
ਲੰਬਾ ਚੱਲਦਾ ਪਿਆ। ਐਕਚੁਅਲੀ ਸਾਊਥ ਕੋਰੀਆ ਦੇ ਵਿੱਚ ਯੂਐਸਏ ਦੀ ਇੰਟਰਫੇਰੈਂਸ ਬਹੁਤ ਜ਼ਿਆਦਾ ਹੈ। ਐਕਚੁਅਲੀ ਜਿਹੜੀ ਵੀ ਲੜਾਈ ਦਾ ਕਾਰਨ ਆ ਹਰ ਕੰਟਰੀ 'ਚ ਯੂਐਸਏ ਹੀ ਹੈ। ਯੂਐਸਏ ਹਮੇਸ਼ਾ ਲੜਾਈ ਲੈ ਕੇ ਮਜ਼ੇ ਦੂਰੋਂ ਦੇਖਦਾ, ਮਜ਼ੇ ਲੜੋ ਲੜੋ ਲੜੋ, ਕਿਉਂ ਲੜਦਾ? ਕਿਉਂਕਿ ਉਹਦੇ ਹਥਿਆਰ ਵਿਕਦੇ ਆ। ਯੂਐਸਏ ਦੀ ਇਕਨੋਮੀ ਕਿਸ ਤੇ ਚੱਲਦੀ ਹੈ? ਵੈਪਨਸ ਤੇ। ਉੱਥੇ ਤੁਹਾਨੂੰ ਕੋਈ ਲਾਇਸੈਂਸ ਨਹੀਂ ਲੈਣਾ ਪੈਂਦਾ ਬੰਦੂਕ ਖਰੀਦਣ ਦੇ ਲਈ, ਠੀਕ ਹੈ। ਤੁਸੀਂ ਚਾਹੇ AK-47 ਲਓ, ਉੱਥੇ AK-47 ਤਾਂ ਬਹੁਤ ਪੁਰਾਣੀ ਹੈ, ਮਤਲਬ ਤੁਸੀਂ ਮਸ਼ੀਨ ਗਨ ਵੀ ਲੈ ਲਓ, ਠੀਕ ਹੈ, SMG ਵੀ ਲੈ ਸਕਦੇ ਹੋ, ਠੀਕ ਹੈ, ਮਤਲਬ ਤੁਸੀਂ ਚੱਕ ਕੇ ਕੈਰੀ ਕਰ ਸਕਦੇ ਹੋ ਆਪਣੇ ਨਾਲ, ਬਿਕੋਜ਼ ਉੱਥੇ ਇੱਕ ਮਾਰਕੀਟ ਹੈ ਵੈਪਨਸ ਦੀ। ਤਾਂ ਜਿੰਨੇ ਮਰਜ਼ੀ ਹਥਿਆਰ ਖਰੀਦੋ, ਹੁਣ ਯੂਐਸਏ 'ਚ ਇੰਨੇ ਹਥਿਆਰ ਬਣਦੇ ਆ, ਉਹਨੂੰ ਵੇਚਣਾ ਤਾਂ ਹੈ ਹੀ। ਹੁਣ ਯੂਐਸਏ ਨੂੰ ਪਤਾ ਹਥਿਆਰ ਉਤੋਂ ਵਿਕਣਗੇ ਜਦੋਂ ਕਿਤੇ ਟੈਨਸ਼ਨ ਹੋਊਗੀ, ਮਾਹੌਲ ਖਰਾਬ ਹੋਊਗਾ। ਇਸੇ ਕਰਕੇ ਯੂਐਸਏ ਹਰ ਪਾਸੇ ਲੜਾਈ 'ਚ ਮਜ਼ੇ ਲੈਂਦਾ, ਚਾਹੇ ਉਹ ਯੂਕਰੇਨ ਰਸ਼ੀਆ ਦੀ ਲੜਾਈ ਹੋਵੇ, ਹੁਣ ਮਿਡਲ ਈਸਟ 'ਚ ਲੜਾਈ ਲਵਾਤੀ, ਦੇਖੋ ਈਰਾਨ 'ਚ, ਈਰਾਨ ਦਾ ਵਿੱਚ ਰੌਲਾ ਹੀ ਹੈ ਨਹੀਂ ਸੀਗਾ, ਇਜ਼ਰਾਈਲ ਤੇ ਫਿਲਿਸਤੀਨ 'ਚ, ਉਹ ਵੀ ਵਿੱਚ ਸ਼ੁਰੂ ਹੋ ਗਿਆ। ਹੁਣ ਇਜ਼ਰਾਈਲ ਫਿਲਿਸਤੀਨ ਦੀ ਲੜਾਈ ਰਹਿ ਗਈ, ਹੁਣ ਇਜ਼ਰਾਈਲ ਤੇ ਈਰਾਨ ਦੀ ਲੜਾਈ ਸ਼ੁਰੂ ਹੋਣ ਵਾਲੀ ਹੈ। ਉਹਦੇ ਵਿੱਚ ਯੂਐਸਏ ਨੇ ਆਪਣੀ ਫੌਜ ਭੇਜਤੀ, ਉਦੋਂ ਰਸ਼ੀਆ ਨੇ ਈਰਾਨ 'ਚ ਆਪਣੀ ਫੌਜ ਭੇਜਤੀ, ਮਤਲਬ ਕੁੱਲ ਮਿਲਾ ਕੇ ਵਰਲਡ ਵਾਰ ਲਗਵਾਉਣਗੇ, ਕੁੱਲ ਮਿਲਾ ਕੇ ਇਹਨਾਂ ਦਾ ਸਿਸਟਮ ਹੀ ਹੋਇਆ ਪਿਆ, ਠੀਕ ਹੈ ਨਾ। ਵੇਅਰ ਵਾਜ਼ ਇੰਡੀਆਜ਼ ਫਸਟ ਸੈਲਫ ਸਰਵਿਸ ਮੈਕੈਨਿਜ਼ਮ ਫॉर ਚੈੱਕ ਇਨ ਬੈਗੇਜ, ਚੈੱਕ ਇਨ ਲਗੇਜ ਜਿਹੜਾ ਹੁੰਦਾ, ਉਹ ਲਾਂਚ ਕੀਤਾ ਗਿਆ, ਕਿਹੜੇ 에ਅਰਪੋਰਟ ਤੇ ਆ ਚੀਜ਼ ਲਾਂਚ ਕੀਤੀ ਗਈ ਹੈ ਬੱਚੋ? ਸੈਲਫ ਸਰਵਿਸ ਮੈਕੈਨਿਜ਼ਮ ਹੈ, ਤੁਸੀਂ ਆਪਣਾ ਸੂਟਕੇਸ ਰੱਖੋ, ਆਪਣੇ ਆਪ ਚੈੱਕ ਕਰਾ ਕੇ ਬਾਹਰ ਕੱਢੋ। ਹਾਂਜੀ ਬੱਚੋ, ਕਿੱਥੇ ਹੈ, ਕਿਹੜੇ 에ਅਰਪੋਰਟ ਤੇ ਆ ਚੀਜ਼ ਕੀਤੀ ਗਈ ਹੈ? ਚੇਨਈ 에ਅਰਪੋਰਟ ਤੇ। ਚਲੋ ਬੱਚੋ, ਦਿੱਲੀ 에ਅਰਪੋਰਟ ਇਹੋ ਜਿਹਾ 에ਅਰਪੋਰਟ ਹੈ ਜਿੱਥੇ ਇਹ ਸਿਸਟਮ ਸਟਾਰਟ ਕੀਤਾ ਗਿਆ, ਜਿਹਨੂੰ ਕਿਹਾ ਗਿਆ ਸੈਲਫ ਸਰਵਿਸ ਬੈਗ ਡ੍ਰੌਪ, SSBD। ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਹੈ, ਯਾਦ ਰੱਖਣਾ ਹੈ। ਓਕੇ, यूनियन कैबिनेट ने अप्रूव किया है एयरपोर्ट अथॉरिटी ऑफ इंडिया फॉर द डेवलपमेंट ऑफ लाल बहादुर शास्त्री इंटरनेशनल एयरपोर्ट। ये लाल बहादुर शास्त्री इंटरनेशनल एयरपोर्ट किथे है, मतलब किथे बनन जा रहा है, किहड़ी स्टेट विच, किथे बनन जा रहा है बच्चों? उत्तर प्रदेश विच, बिल्कुल सही है। उत्तर प्रदेश विच बनन जा रहा है लाल बहादुर शास्त्री इंटरनेशनल एयरपोर्ट, ठीक है। एयरपोर्ट के बारे सारा पता होना चाहिए, किहड़ा एयरपोर्ट किथे है। कैंपेगौड़ा किथे है? बेंगलोर, कैंपेगौड़ा याद रखना है। उस तो अहिल्या बाई होलकर किथे है? अहिल्या बाई होलकर इंटरनेशनल एयरपोर्ट, करवाए हुए सारे याद। अहिल्या बाई होलकर इंटरनेशनल एयरपोर्ट, नो, अहिल्या बाई होलकर इंटरनेशनल एयरपोर्ट बच्चों मध्य प्रदेश च है, इंदौर। उस तो बाद BR अंबेडकर इंटरनेशनल एयरपोर्ट, नागपुर। नेताजी सुभाष चंद्र बोस इंटरनेशनल एयरपोर्ट, कोलकाता। कुछ एयरपोर्ट याद रखो, वीर सावरकर इंटरनेशनल एयरपोर्ट, पोर्ट ब्लेयर, अंडमान निकोबार, ठीक है। लाल बहादुर शास्त्री इंटरनेशनल एयरपोर्ट यूपी ਦੇ ਵਿੱਚ ਵਾਰਾਣਸੀ, ਠੀਕ ਹੈ, ਯਾਦ ਰੱਖਣਾ ਹੈ, ਐਗਜ਼ੈਕਟਲੀ ਵਾਰਾਣਸੀ ਦੇ ਵਿੱਚ ਹੈ, ਉੱਤਰ ਪ੍ਰਦੇਸ਼। ਆਪਾਂ ਲਿਖ ਨਹੀਂ ਰਹੇ, ਇਸ ਤੇ ਡਿਪੈਂਡ ਹੋ ਜਾਵੇ ਨਾ ਪਾਈ, ਫਿਰ ਨੰਬਰ ਵੀ ਬਹੁਤ ਘੱਟ ਆ ਰਿਹਾ, ਪਰ ਆਪ ਤੋਂ ਪੁਰਾਣੇ ਸਟੂडेंट ਹੋ, ਲਿਖਦੇ ਨਹੀਂ ਬੱਚੋ। ਆ 에ਅਰਪੋਰਟ ਹੈ ਇੰਪੋਰਟੈਂਟ, ਥੋੜੇ ਜਿਹੇ ਯਾਦ ਰੱਖਣੇ ਆ, ਠੀਕ ਹੈ। राजीव गांधी इंटरनेशनल एयरपोर्ट किथे है? हैदराबाद, ओके। गुरु रामदास जी इंटरनेशनल एयरपोर्ट, गोपीनाथ बारदोलोई, गुवाहाटी, ठीक है। गोपीनाथ बारदोलोई गुवाहाटी दे विच है। बिजू पटनायक भुवनेश्वर, ठीक है। गया एयरपोर्ट बिहार, ठीक है। इंदिरा गांधी, वीर सावरकर, पोर्ट ब्लेयर। सरदार वल्लभ भाई पटेल अहमदाबाद। कैंपेगौड़ा बेंगलुरु, बेंगलुरु किथे है? बेंगलौर च ही है, ठीक है, कर्नाटका। कोचीन, ਕੋਚੀ ਦੇ ਵਿੱਚ ਕੇਰਲਾ। ਕੈਲੀਕਟ ਵੀ ਉੱਥੇ ਹੀ ਹੈ, ਕੋਜ਼ੀਕੋੜੇ, ਕੈਲੀਕਟ ਨੂੰ ਅੱਜ ਕੱਲ ਕੋਜ਼ੀਕੋੜੇ ਕਹਿੰਦੇ ਆ, ਠੀਕ ਹੈ। ਤਾਂ ਕੇਰਲਾ ਵਿੱਚ ਤ੍ਰਿਵੰਦਰਮ ਵੀ ਕਿੱਥੇ ਹੈ? ਤ੍ਰਿਵੰਤਪੁਰਮ ਦੇ ਵਿੱਚ ਹੈ। ਛਤਰਪਤੀ ਸ਼ਿਵਾਜੀ ਮੁੰਬਈ, ਬਾਬਾ ਸਾਹਿਬ ਅੰਬੇਦਕਰ ਨਾਗਪੁਰ। ਜੈਪੁਰ ਇੰਟਰਨੈਸ਼ਨਲ ਤਾਂ ਉੱਥੇ ਹੀ ਹੋਏਗਾ। ਚੇਨਈ ਇੰਟਰਨੈਸ਼ਨਲ ਵੀ ਚੇਨਈ ਚ ਹੋਏਗਾ। ਤਿਰੂਚਿਰਾਪੱਲੀ ਕਿੱਥੇ ਹੈ? ਤਿਰੂਚਿਰਾਪੱਲੀ ਚ ਹੀ ਹੋਏਗਾ। ਉਸ ਤੋਂ ਬਾਅਦ ਚੌਧਰੀ ਚਰਨ ਸਿੰਘ ਇੰਟਰਨੈਸ਼ਨਲ 에ਅਰਪੋਰਟ ਕਿੱਥੇ ਹੈ? ਲਖਨਊ। ਲਾਲ ਬਹਾਦਰ ਸ਼ਾਸਤਰੀ ਕਿੱਥੇ ਹੈ? ਵਾਰਾਣਸੀ, ਠੀਕ ਹੈ। ਇੰਪੋਰਟੈਂਟ 에ਅਰਪੋਰਟਸ ਹੈ ਜਿਹੜੇ ਯਾਦ ਰੱਖਣੇ ਆ। सुभाष सॉरी शहीद भगत सिंह एयरपोर्ट किथे है? शहीद भगत सिंह, बट चंडीगढ़ वाला एयरपोर्ट में शहीद भगत सिंह एयरपोर्ट बनाया ना,
ਜਿਹੜਾ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਸੀ ਉਹਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਅਰਪੋਰਟ ਕਰਤਾ। ਅੱਛਾ, ਵਰਲਡ ਫਰਸਟ ਸਟੈਂਡ ਅਲੋਨ ਮਿਲਟਰੀ ਬ੍ਰਾਂਚ ਸੋਨਲੀ ਡੈਡੀਕੇਟਿਡ ਟੂ ਅਨਮੈਨਡ ਸਿਸਟਮਸ ਨੋਨ ਐਜ਼ ਅਨਮੈਨਡ ਸਿਸਟਮ ਫੋਰਸ ਕਿਹੜੀ ਕੰਟਰੀ ਨੇ ਬਣਾਈ ਹੈ? ਯੂਏਐਫ। ਠੀਕ ਹੈ, ਯੂਐਸਐਫ ਜਿਹਨੂੰ ਕਹਿੰਦੇ ਆ ਅਨਮੈਨਡ, ਮਤਲਬ ਡਰੋਨ, ਸਾਰੇ ਡਰੋਨ ਸਿਸਟਮ ਵਾਲੀ, ਠੀਕ ਹੈ, ਡਰੋਨਸ ਹੁੰਦੇ ਆ ਨਾ, ਅਨਮੈਨਡ ਏਰੀਅਲ ਵਹੀਕਲ ਯੂਏਵੀ ਕਹਿੰਦੇ ਨੇ ਜਿਹਨੂੰ ਆਪਾਂ, ਉਹਨੂੰ ਚਲਾਉਣ ਦੇ ਲਈ ਇੱਕ ਸਪੈਸ਼ਲ ਫੋਰਸ ਬਣਾਈ ਹੈ, ਪ੍ਰੋਪਰ ਰੋਬੋਟਿਕਸ ਹੋਊਗਾ ਉਸ ਵਿੱਚ। ਉਹ ਕਿਹੜੀ ਕੰਟਰੀ ਨੇ ਬਣਾਈ ਆ ਫੋਰਸ? ਇਜ਼ਰਾइल ਨੇ ਬਣਾਈ ਹੈ? नहीं, इजराइल ने नहीं बनाई है, यूक्रेन ने बनाई है बच्चों। ठीक है, तो यूक्रेन ने आ फोर्स बनाई है, सोनली डेडिकेटेड है अनमैंड सिस्टम्स मतलब ड्रोन्स ਨੂੰ। ठीक है, ਜਿਹੜੇ ਆਟੋ ਪਾਇਲਟ ਹੁੰਦੇ ਆ ਨਾ, ਅਨਮੈਂਡ ਏਰੀਅਲ ਵਹੀਕਲ ਜਾਂ ਅਨਮੈਂਡ ਕੰਬੈਟ ਵਹੀਕਲਸ, ਉਹਨਾਂ ਲਈ ਬਣਾਈ ਹੈ। ਇੰਪੋਰਟੈਂਟ ਹੈ, ਯਾਦ ਰੱਖਣਾ। गोल्डन कॉच अवार्ड फॉर बेस्ट डॉक्यूमेंट्री, अच्छा यूक्रेन की कैपिटल पता कीव। ठीक है, ਤੇ ਜਿਹੜਾ ਉਹਦੇ ਪ੍ਰਾਈਮ ਮਿਨਿਸਟਰ ਹੈ ਕੌਣ ਆ ਉਹ? ज़ेलेंस्की, ज़ेलेंस्की। ठीक है, which Indian documentary won the Golden Conch Award for Best Documentary in the International category at the 18th Mumbai International Film Festival? हाँ, द गोल्डन थ्रेड। ठीक है, तो द गोल्डन थ्रेड है ਜਿਹੜੀ ਬੱਚੋ ਇਹਨੂੰ ਮਿਲਿਆ ਆ ਅਵਾਰਡ, 골ਡਨ ਕੌਂਚ ਅਵਾਰਡ। ਠੀਕ ਹੈ, ਬੈਸਟ ਡਾਕੂਮੈਂਟਰੀ ਬਣਾਈ ਹੈ द गोल्डन थ्रेड। डायरेक्टर कौन है बच्चों? निष्ठा जैन। ठीक है, लिखा हुआ है निष्ठा जैन, डायरेक्टर है निष्ठा जैन। गोल्डन थ्रेड ਦੇ गोल्डन कॉन्च अवार्ड मिलिਆ, इंपॉर्टेंट अवार्ड ਹੁੰਦਾ ਹੈ ਬੈਸਟ ਡਾਕੂਮੈਂਟਰੀ ਲਈ। ਤਾਂ ਨਿਸ਼ਠਾ ਜੈਨ ਜਿਹੜੇ ਇਹਨਾਂ ਦੇ ਹੈ ਡਾਇਰੈਕਟਰ ਹੈ, ਮੈਂ ਤੁਹਾਨੂੰ ਦੱਸਿਆ ਸੀ ਜੂਨ ਚ ਹੋ ਰਿਹਾ ਇਵੈਂਟ, ਤਾਂ ਯਾਦ ਰੱਖਣਾ ਬੱਚੋ, ਆ ਬਹੁਤ ਇੰਪੋਰਟੈਂਟ ਹੈ। एवियन इन्फ्लुएंजा रिस्पॉन्स सिमुलेशन एक्सरसाइज कितने हो रही है? वट इज एवियन इन्फ्लुएंजा? पहली गल तो दसो एवियन इन्फ्लुएंजा किन्नू कहंदे आ? पहली गल जिहड़ा इन्फ्लुएंजा हुंदा है, इह किहड़ा डिजीज है? बैक्टीरियल है, वायरल है, पैरासाइटल है, किहड़ा है? इन्फ्लुएंजा बारे दसो किहड़ा डिजीज है? इन्फ्लुएंजा किस तो होने वाली बीमारी है? हाँ जी, दिस इज वायरल डिजीज। ठीक है, फर्स्ट ऑफ ऑल ये वायरल है। एवियन इन्फ्लुएंजा किहड़े वायरस तो हुंदा है? एवियन इन्फ्लुएंजा किहड़े वायरस तो हुंदा बच्चों? H5N1 वायरस का नाम है H5N1, एवियन इन्फ्लुएंजा हुंदा है। ओके, जिन्हों आप बर्ड फ्लू भी कह दें, बर्ड फ्लू भी कह दें आप इनू। ठीक है, उवें एक स्वाइन फ्लू भी हुंदा। स्वाइन फ्लू मतलब जिहड़ी पिग्स तो हुंदी है। ठीक है, वो हुंदा H1N1, उनका वायरस हुंदा H1N1। तो दो फ्लू याद रखने, H1N1 ते H5N1। ਤਾਂ ਬਰਡ ਫਲੂ ਪੋਲਟਰੀ ਫਾਰਮਸ ਚ ਜੇ ਕਿਸੇ ਨੂੰ ਹੋ ਜੇ ਤਾਂ ਹਨਾ, ਬਰਡਸ ਨੂੰ ਤਾਂ ਪੋਲਟਰੀ ਫਾਰਮ ਦੇ ਸਾਰੀ ਬਰਡਸ ਦੀ ਮ੍ਰਿਤੂ ਹੋ ਜਾਂਦੀ ਹੈ, ਬਹੁਤ ਨੁਕਸਾਨ ਹੋ ਜਾਂਦਾ। ਤਾਂ ਇਹਦੇ ਲਈ ਇੱਕ ਰਿਸਪੌਂਸ ਸਰਵਿਸ ਟੀਮ ਬਣਾਈ ਜਾ ਰਹੀ ਹੈ। ਠੀਕ ਹੈ, ਐਕਸਰਸਾਈਜ਼ ਹੋਈ ਹੈ, ਕਿੱਥੇ ਹੋ ਰਹੀ ਹੈ? ਹਾਂਜੀ, ਨਹੀਂ ਬੱਚੋ, ਇਹ ਭੋਪਾਲ ਚ ਹੋ ਰਹੀ ਹੈ। ਠੀਕ ਹੈ, ਤਾਂ ਭੋਪਾਲ ਦੇ ਵਿੱਚ ਹੋ ਰਹੀ ਹੈ। ਯਾਦ ਰੱਖਣਾ ਹੈ ਕੌਣ ਇਹਨੂੰ ਆਰਗੇਨਾਈਜ਼ ਕਰਦਾ ਪਿਆ? ਡਿਪਾਰਟਮੈਂਟ ਆਫ ਐਨੀਮਲ ਹਸਬੈਂਡਰੀ। ਠੀਕ ਹੈ, ਕੋਲੈਬੋਰੇਸ਼ਨ ਵਿਦ ਵਰਲਡ ਬੈਂਕ। क्लियर? तो बच्चों एवियन इन्फ्लुएंजा होता है H5N1। ठीक है, H5B1 भी कह दिता जाता, बट H5N1 ज्यादा कह जाता, पेपर च H5N नहीं आऊगा। कहते पहली बार कितने होया सी? चाइना दे विच 1996 है, चाइना दे विच ये पहली बार पाया गया सीगा। उस तो बाद सारी कंट्रियां विच फैल गया, इवन अंटार्कटिका तक भी पहुंचा होया है। याद रखना है इंडिया च पहला केस 2015 च आया सीगा, महाराष्ट्र एंड गुजरात। ठीक है, दिस इज कॉल्ड बर्ड फ्लू। तुहानू जुकाम हो जांदा ना, वायरल हो जाता, उवें बर्ड्स नू वायरल हो जाता, तो उन्हां दी मृत्यु हो जाती, बहुत सेंसिटिव हुंदियां बर्ड्स। ठीक है, H5N1। नैक्सट बच्चों पूर्वांचल कोऑपरेटिव बैंक नू हुणे मतलब इन्हां दा लाइसेंस कैंसल कर दिता गया आरबीआई ने। तां ओह पूर्वांचल कोऑपरेटिव बैंक किहड़ी स्टेट विच है?
ਕਿਉਂਕਿ ਇਹਨਾਂ ਨੇ ਆਪਣੇ ਜਿਹੜਾ ਹੁੰਦਾ ਨਾ ਮਿਨੀਮਮ ਕੈਪੀਟਲ ਉਹ ਨਹੀਂ ਰੱਖੀ ਹੋਈ ਸੀਗੀ। ਸੀਆਰ ਕੈਪੀਟਲ ਐਡਿਕੁਏਸੀ ਰੇਸ਼ੋ ਉਹਨਾਂ ਦੀ ਲੋ ਹੋ ਗਈ ਸੀਗੀ। ਇਸ ਕਰਕੇ ਇਹਨਾਂ ਨੂੰ ਲਾਇਸੈਂਸ ਕੈਂਸਲ ਕਰ ਦਿੱਤਾ ਗਿਆ ਪੂਰਵਾਂਚਲ ਕੋਆਪਰੇਟਿਵ ਬੈਂਕ ਆਰਬੀਆਈ ਨੇ। ਕਿਹੜੀ ਸਟੇਟ ਦੇ ਵਿੱਚ ਹੈ ਪੂਰਵਾਂਚਲ ਕੋਆਪਰੇਟਿਵ ਬੈਂਕ? ਉੱਤਰ ਪ੍ਰਦੇਸ਼। ਤਾਂ ਬੱਚੋ ਦੇਖੋ ਪੂਰਵਾਂਚਲ ਕੋਆਪਰੇਟਿਵ ਬੈਂਕ ਉੱਤਰ ਪ੍ਰਦੇਸ਼ ਗਾਜੀ ਠੀਕ ਹੈ ਗਾਜ਼ੀਪੁਰ ਦੇ ਵਿੱਚ। ਇਹਦਾ ਯਾਦ ਰੱਖਣਾ ਕਿ ਇਹਨਾਂ ਕੋਲ ਕੈਪੀਟਲ ਰੇਸ਼ੋ ਨਹੀਂ ਸੀ। ਸੀਆਰਏਆਰ ਆਪਾਂ ਪੜ੍ਹਦੇ ਨਾ ਕੈਪੀਟਲ ਟੂ ਰਿਸਕ ਐਡਿਕੁਏਸੀ ਰੇਸ਼ੋ, ਉਹ ਪੂਰ ਹੋ ਗਈ ਸੀਗੀ ਜਿੰਨਾ ਕਰਕੇ ਇਹਨਾਂ ਦਾ ਲਾਇਸੈਂਸ ਕੈਂਸਲ ਕਰ ਦਿੱਤਾ ਗਿਆ। ਬੇਸਲ 3 ਨੋਰਮਸ ਪੜ੍ਹੇ ਸੀ ਨਾ ਆਪਾਂ ਕਿ ਇੰਨੀ ਪਰਸੈਂਟ ਹੋਣੀ ਚਾਹੀਦੀ ਹੈ, ਉਹ ਸਾਰਾ ਇਹਨਾਂ ਦਾ ਨਹੀਂ ਬਣ ਪਾਈ ਸੀ, ਇਸ ਕਰਕੇ ਇਹਨਾਂ ਦਾ ਲਾਇਸੈਂਸ ਕੈਂਸਲ ਹੋ ਗਿਆ। ਆਰਬੀਆਈ ਕਦੋਂ ਬਣਿਆ ਸੀਗਾ? ਆਰਬੀਆਈ ਐਕਟ ਆਹੀ 1934 ਚ। ਆਰਬੀਆਈ ਕਦੋਂ ਆਹੀ? 35 ਵਿੱਚ। ਆਪਰੇਸ਼ਨ 35 ਚ ਸਟਾਰਟ ਹੋਈ ਸੀ, ਐਕਟ 1934 ਚ ਐਸੀ ਨੈਸ਼ਨਲਾਈਜੇਸ਼ਨ ਹੋਈ ਸੀ 1949 ਦੇ ਵਿੱਚ। ਠੀਕ ਹੈ, ਤਾਂ ਯਾਦ ਰੱਖਣਾ ਇਹ ਚੀਜ਼ਾਂ। 2 ਡੇ ਇੰਡੀਆ ਆਈਓਆਰਏ ਕਰੂਜ਼ ਟੂਰਿਜ਼ਮ ਕਾਨਫਰੰਸ ਕਿੱਥੇ ਹੋ ਰਹੀ ਹੈ? ਇੰਡੀਅਨ ਓਸ਼ਨ ਰਿਮ ਐਸੋਸੀਏਸ਼ਨ, ਫੁੱਲ ਫਾਰਮ ਹੈ ਆਈਓਆਰਏ ਦੀ, ਇੰਡੀਅਨ ਓਸ਼ਨ ਰਿਮ ਐਸੋਸੀਏਸ਼ਨ। ਤਾਂ ਇਹ ਉਹ ਕੰਟਰੀਜ਼ ਆ ਜਿਹੜੇ ਇੰਡੀਅਨ ਓਸ਼ਨ ਨੂੰ ਟੱਚ ਕਰਦੇ ਆ। ਠੀਕ ਹੈ, 23 ਦੇਸ਼ ਦੇ ਮੈਂਬਰ ਹੈ ਇੰਡੀਅਨ ਓਸ਼ਨ ਰਿਮ ਐਸੋਸੀਏਸ਼ਨ ਦੇ। ਪਾਕਿਸਤਾਨ ਹੈ ਨਹੀਂ, ਬਸ ਯਾਦ ਰੱਖਣਾ। ਪਾਕਿਸਤਾਨ ਇਜ਼ ਨਾਟ ਦਾ ਮੈਂਬਰ ਆਫ ਆਈਓਆਰਏ। ਠੀਕ ਹੈ, ਇਹ ਜਿਹੜਾ ਟੂਰਿਜ਼ਮ ਹੈ ਇਹਦੀ ਕਾਨਫਰੰਸ ਕਿੱਥੇ ਹੋਈ ਹੈ ਬੱਚੋ? ਆਈਓਆਰਏ ਦੀ ਨਿਊ ਦਿੱਲੀ ਦੇ ਵਿੱਚ ਹੋਈ ਹੈ। ਠੀਕ ਹੈ, ਕਰੂਜ਼ ਸਮਝਦੇ ਹੋ, ਸ਼ਿਪ ਤੇ ਕਰੂਜ਼ ਟੂਰਿਜ਼ਮ ਵਾਸਤੇ ਉਹਨੂੰ ਪ੍ਰਮੋਟ ਕਰਨ ਦੇ ਲਈ ਨਿਊ ਦਿੱਲੀ ਦੇ ਵਿੱਚ ਹੋਈ ਹੈ ਬੱਚੋ। ਤਾਂ ਆਈਓਆਰਏ 23 ਮੈਂਬਰਾਂ ਦਾ ਹੈਗਾ। ਹੈੱਡਕੁਆਟਰ ਆਈਓਆਰਏ ਦੇ ਜਿਹੜੇ ਸੈਕਟਰੀਏਟ ਹੈ ਮੌਰੀਸ਼ੀਅਸ ਚ ਹੈ, ਇਹ ਵੀ ਯਾਦ ਰੱਖਣਾ। ਮੌਰੀਸ਼ੀਅਸ ਦੇ ਵਿੱਚ ਹੈੱਡਕੁਆਟਰ ਹੈ। 7 ਮਾਰਚ 1997 ਨੂੰ ਇਹ ਆਪਾਂ ਬਣਾਇਆ ਸੀ ਆਈਓਆਰਏ। ਓਕੇ, ਆਈਓਆਰਏ ਬਾਰੇ ਪਤਾ ਹੋਣਾ ਚਾਹੀਦਾ। ਵਰਲਡ ਡੇ ਟੂ ਕੰਬੈਟ ਡੈਜ਼ਰਟੀਫਿਕੇਸ਼ਨ ਐਂਡ ਡਰੌਟ ਕਦੋਂ ਮਨਾਇਆ ਜਾ ਰਿਹਾ? ਵਰਲਡ ਡੇ ਟੂ ਕੰਬੈਟ ਡਿਜ਼ਰਟੀਫਿਕੇਸ਼ਨ ਐਂਡ ਡਰੌਟ। ਬੱਚੋ ਬਹੁਤ ਇੰਪੋਰਟੈਂਟ ਹੈ ਡੇ। 1992 ਦੇ ਵਿੱਚ ਇੱਕ ਸਮਿਟ ਹੋਇਆ ਸੀ ਜਿਹਨੂੰ ਕਹਿੰਦੇ ਅਰਥ ਸਮਿਟ। ਅਰਥ ਸਮਿਟ ਕਿੱਥੇ ਹੋਇਆ ਸੀਗਾ? ਰੀਓ ਡੇ ਜਨੇਰੀਓ, ਬ੍ਰਾਜ਼ੀਲ ਦੇ ਵਿੱਚ। ਉੱਥੇ 3 ਇੰਪੋਰਟੈਂਟ ਕਨਵੈਨਸ਼ਨ ਸਾਈਨ ਹੋਈਆਂ ਸੀਗੀਆਂ ਵਰਲਡ ਦੀਆਂ, ਬਹੁਤ ਇੰਪੋਰਟੈਂਟ, ਜਿਹੜੇ ਉਸ ਟਾਈਮ ਧਰਤੀ ਨੂੰ ਬਚਾਉਣ ਦੇ ਲਈ ਮੁੱਦੇ ਸੀ ਨਾ। ਤਾਂ 3 ਕਨਵੈਨਸ਼ਨ ਸਾਈਨ ਕੀਤੀਆਂ ਸੀ। ਪਹਿਲੀ ਕਨਵੈਨਸ਼ਨ ਸੀਗੀ ਯੂਨਾਈਟਿਡ ਨੇਸ਼ਨ ਫਰੇਮਵਰਕ ਕਨਵੈਨਸ਼ਨ ਫॉर क्लाइमेट चेंज। ठीक है, यूएनएफसीसी, यूनाइटेड नेशन फ्रेमवर्क कन्वेंशन ऑन क्लाइमेट चेंज। दूसरी कन्वेंशन साइन की थी कन्वेंशन ऑन बायोडाइवर्सिटी सीबीडी। तीसरी कन्वेंशन साइन की थी कन्वेंशन टू कॉम्बैट डिजर्टिफिकेशन। 3 इंपॉर्टेंट कन्वेंशन साइन हुई सी इस ते। ठीक है, सीसीडी ਜਿਹੜੀ ਧਰਤੀ ਦੀ ਡਿਜ਼ਰਟੀਫਿਕੇਸ਼ਨ ਹੋ ਰਹੀ ਹੈ ਉਹਨੂੰ ਰੋਕਣ ਦੇ ਲਈ, ਠੀਕ ਹੈ, ਸਾਈਨ ਕੀਤੀ ਗਈ ਸੀਗੀ। ਲੀਗਲ ਬਾਈਂਡਿੰਗ ਹੈ, ਜਿਹੜੇ ਮੈਂਬਰਸ ਹੈ ਉਹਨਾਂ ਤੇ ਲੀਗਲੀ ਬਾਈਂਡਿੰਗ ਹੈ, ਉਹਨਾਂ ਨੂੰ ਇਹ ਸਟੈਪ ਲੈਣੇ ਪੈਣਗੇ। ਠੀਕ ਹੈ, ਤਾਂ ਬਹੁਤ ਇੰਪੋਰਟੈਂਟ ਹੈ। ਇਸ ਦੀ ਯਾਦ ਵਿੱਚ ਆਪਾਂ ਇਹ ਡੇ ਮਨਾਉਂਦੇ ਆ। ਕਿਹੜਾ ਦਿਨ ਮਨਾਉਂਦੇ ਆ, ਕਿਹੜੇ ਤਰੀਕ ਨੂੰ ਮਨਾਉਂਦੇ ਆ ਬੱਚੋ? 17 ਜੂਨ ਨੂੰ। ਠੀਕ ਹੈ, ਤਾਂ 17 ਜੂਨ ਨੂੰ ਆਪਾਂ ਮਨਾਇਆ ਜਾਂਦਾ। ਤਾਂ ਥੀਮ ਯਾਦ ਰੱਖਣਾ ਹੈ ਯੂਨਾਈਟਿਡ ਫॉर लैंड आवर लीगेसी आवर फ्यूचर। यूनाइटेड फॉर लैंड आवर लीगेसी आवर फ्यूचर। क्लियर? आप बच्चों याद रखना इंपॉर्टेंट है। यूनाइटेड नेशन कन्वेंशन टू कॉम्बैट डिजर्टिफिकेशन 1994 ਚ एस्टैब्लिश ਹੋ ਗਈ ਸੀਗੀ। ਦੇਖੋ ਸਾਈਨ 1992 ਚ ਹੋ ਗਈ ਸੀ, आज टाइम लगता। ठीक है, ਲੀਗਲ ਬਾਈਂਡਿੰਗ ਐਗਰੀਮੈਂਟ ਹੈ, ਤਾਂ ਇੰਪੋਰਟੈਂਟ ਯਾਦ ਰੱਖਣਾ। ਇਸ ਦੇ ਨਾਲ 2 ਕਨਵੈਨਸ਼ਨਾਂ ਹੋਰ ਵੀ ਹੈ। ਠੀਕ ਹੈ, ਪੀਟਰ ਪੈਲੇਗ੍ਰੀਨੀ ਹਾਲ ਹੀ ਦੇ ਵਿੱਚ ਕਿਸੇ ਦੇਸ਼ ਦੇ ਪ੍ਰੈਜ਼ੀਡੈਂਟ ਬਣੇ ਆ, ਕਿਹੜੇ ਦੇਸ਼ ਦੇ ਬਣੇ ਆ? जो स्लोवेनिया ਦੇ ਬਣੇ ਆ। ਠੀਕ ਹੈ, ਤਾਂ ਸਲੋਵੇਨੀਆ ਦੇ ਪ੍ਰੈਜ਼ੀਡੈਂਟ ਬਣੇ ਆ ਪੀਟਰ ਪੈਲੇਗ੍ਰੀਨੀ। ਠੀਕ ਹੈ, ਤਾਂ यूरोपियन कंट्री है, ब्रिटिस्लावा कैपिटल है, यूरो करेंसी है।
ब्रेटिस्लावा, सॉरी उल्टा बोल गया, हाँ वो स्लोवाकिया दी है। इधर स्लोवेनिया दी बच्चों रिजेका, स्लोवाकिया तो स्लोवेनिया कंफ्यूजन होगी तो मच। स्लोवाकिया दी है बच्चों ब्रेटिस्लावा, ठीक है, स्लोवेनिया दी है रिजेका, ठीक है। आ रहा स्लोवेनिया, क्रोएशिया के गवांडी, ठीक है, तो रिजेका कैपिटल है। तो उस तो बाद नेक्स्ट, विच क्रिकेटर अनवील्ड हिज ऑटोबायोग्राफी टाइटल आई हैव द स्टेट्स अ कुटी क्रिकेट स्टोरी। हाँ जी बच्चों, एक आर अश्विन, ठीक है, आर अश्विन क्रिकेटर है, इंडिया के स्पिनर है, ठीक है, बहुत जबरदस्त, याद रखना है रविचंद्र अश्विन दी है, इंपॉर्टेंट होंगी है जी बुक्स, पेपर च अक्सर पूछे जाती। आई हैव द स्ट्रीट्स अ कटी क्रिकेट स्टोरी। डन। आर अश्विन बारे पता ही होना ਤੁਹਾਨੂੰ, ਕਿਹੜੀ ਟੀਮ ਵੱਲੋਂ ਖੇਡਦੇ ਸੀਗੇ ਆਈਪੀਐਲ ਚ, ਚੇਨਈ ਵੱਲੋਂ ਵੀ ਖੇਡੇ ਨਾ, ਅੱਜ ਕੱਲ ਕਿਹਦੇ ਵੱਲੋਂ ਖੇਡ ਰਹੇ ਆ ਪਤਾ ਨਹੀਂ, ਚਲੋ। A fly on the RBI wall, अलग अदर बुक है, A fly on the RBI wall। देखो आ बुक इस करके इंपॉर्टेंट है क्योंकि ਇਹਨੂੰ ਫਾਰਵਰਡ ਕਿਹਨੇ ਕੀਤਾ ਹੈ, ਵਾਈਵੀ ਰੈਡੀ, ਜਿਹੜੇ ਗਵਰਨਰ ਸੀ ਨਾ ਆਰਬੀਆਈ ਦੇ, ਉਹਨਾਂ ਦੁਆਰਾ ਇਹਨੂੰ ਫਾਰਵਰਡ ਕੀਤਾ ਗਿਆ ਵਾਈਵੀ ਰੈਡੀ, ਇਸ ਕਰਕੇ ਬੁੱਕ ਇੰਪੋਰਟੈਂਟ ਹੈ। ਸੈਂਟਰਲ ਬੈਂਕ ਦੇ ਬਾਰੇ ਇਨਸਾਈਟਸ ਮਿਲਦੇ ਆਪਾਂ ਨੂੰ, ਆਰਬੀਆਈ ਦੇ ਇਨਸਾਈਟਸ ਮਿਲਦੇ ਇਸ ਬੁੱਕ ਤੋਂ। याद रखना अल्पना किला वाला दी ये किताब है, अल्पना किला वाला, ठीक है, फॉरवर्डेड बाय वाईवी रेड्डी। A fly on the RBI wall। आरबीआई तो दस ही है मैं 1935 ठीक है, तो 34 एक्ट है ऐसे 49 दी वो हुई है। आ बहुत इंपॉर्टेंट है बच्चों, इंडिया ने हाल ही ਦੇ ਵਿੱਚ ਇੱਕ ਆਪਣਾ ਡੀਪ ਸੀ ਮਿਸ਼ਨ ਲਾਂਚ ਕੀਤਾ ਹੈ, ਸਮੁੰਦਰਯਾਨ, ਤਿੰਨ ਵਿਅਕਤੀਆਂ ਨੂੰ ਸਮੁੰਦਰ ਦੇ ਥੱਲੇ ਭੇਜਿਆ ਜਾਊਗਾ 6000 ਮੀਟਰ ਗਹਿਰਾ, ਠੀਕ ਹੈ। ਆ ਵਹੀਕਲ ਹੈ ਜਿਸ ਚੋਂ ਜਾਣਗੇ, ਜਿਹਨੂੰ ਮਾਤਸਿਆ 6000 ਕਿਹਾ ਜਾਂਦਾ ਹੈ। ਆ ਸਬਮਰਸੀਬਲ ਪਣਡੁੱਬੀ ਇੱਕ ਤਰ੍ਹਾਂ ਦੀ, ਠੀਕ ਹੈ, ਮਾਤਸਿਆ 6000, ਇਹ ਤਿੰਨ ਵਿਅਕਤੀਆਂ ਨੂੰ ਨਾ ਪਾਣੀ ਦੇ ਥੱਲੇ ਲੈ ਕੇ ਜਾਊਗੀ। ਤਾਂ ਆ ਮਿਸ਼ਨ ਦੇ ਨਾਲ ਭਾਰਤ ਕਿਹੜਾ ਦੇਸ਼ ਬਣ ਗਿਆ, ਕਿੰਨਵਾਂ ਦੇਸ਼ ਬਣ ਗਿਆ ਇਹੋ ਜਿਹਾ ਮਿਸ਼ਨ ਲਾਂਚ ਕਰਨ ਵਾਲਾ, 6th कंट्री। इंडिया हैज बिकम द 6th कंट्री, ठीक है, समुद्रयान मिशन है अपना। ओशन एक्सप्लोरेशन मिशन अपना इंपॉर्टेंट याद रखना है। आ अपना 6000 डीप जाने तीन लोग, एक वैसल है मात्स्या जिन्होंने बनाया गया, किन्ने बनाया, चेन्नई नेशनल इंस्टीट्यूट ऑफ ओशन टेक्नोलॉजी, चेन्नई बेस्ड नेशनल इंस्टीट्यूट ऑफ ओशन टेक्नोलॉजी ने इस व्हीकल को बनाया, ठीक है। ट्रायल 26 स्टार्ट हो जाएंगे, क्लियर। नेशनल इंस्टीट्यूट ऑफ ओशन टेक्नोलॉजी बेस्ड इन चेन्नई। इंडिया की फर्स्ट एवर मल्टीनेशनल एयर एक्सरसाइज होनी है अगस्त में हो चुकी, ये बच्चों एक्सरसाइज का नाम की सीगा ਜਿਹੜੀ ਹੁਣੇ ਹੋ ਕੇ ਹਟੀ ਹੈ, ਮਲਟੀਨੇਸ਼ਨਲ, ਬਹੁਤ ਸਾਰੇ ਦੇਸ਼ਾਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ। ਹਾਂਜੀ तारंग एक्सरसाइज, ठीक है, तारंग शक्ति एक्सरसाइज का नाम मल्टीनेशनल एक्सरसाइज इस करके इंपॉर्टेंट है, पेपर दिखूगी क्योंकि फर्स्ट एवर है, मल्टीनेशनल है, एयर एक्सरसाइज है। आप मल्टीनेशनल नेवल एक्सरसाइज तो करते आ रहे हैं मिलन, बट एयर एक्सरसाइज पहली बार कर रहे हैं, ठीक है, तो तरंग शक्ति याद रखना है। लिम्का बुक ऑफ रिकॉर्ड सब तो ज्यादा कट करना है, एक रिकॉर्ड लिम्का जिवें गिनीज बुक ऑफ वर्ल्ड रिकॉर्ड होंगी, एक लिम्का बुक ऑफ रिकॉर्ड्स होंदी है, उहदे विच किहड़ा जिहड़ी संस्था है उन्हें अपना नाम शामिल किया है, बहुत सारे लोगों को इकट्ठा करके पब्लिक इवेंट विच। बच्चों रेल है तो रेल मंत्रालय ही अपना इन्ने सारे लोगों को इकट्ठा कर सकता है। इंडियन रेलवेज जिन्नियां भी इन्होंने नवे डिवेलपमेंट्स करनी है ना, इंडियन रेलवेज ने उहदे लई कॉन्फ्रेंस रखी सी अलग अलग जगह ते, उस च लखां लोगों को इकट्ठा किया इन्होंने, उस पब्लिक सर्विस इवेंट दे विच आ रिकॉर्ड क्रिएट किया इंडियन रेलवेज ने, ठीक है।
देखो किन्ने लोग इकट्ठे किए, 40,19,516 लोगों को इकट्ठा किया। ये तो काफी सारे प्रोजेक्ट रेलवे ने जो अपने इनॉग्रेशन किए ना, उन्होंने लिए लोगों को इकट्ठा किया। केड़ी सैटेलाइट है जी चाइनीज साइंटिस्ट ने यूज की है टू स्टडी न्यू पैटर्न्स इन सोलर रोटेशन। सोलर रोटेशन मतलब सन की रोटेशन दे विच, ठीक है, ਉਹਨੂੰ डिस्कवर किया ਉਹਦੇ ਪੈਟਰਨ ਨੂੰ ਸਮਝਣ ਦੇ ਲਈ ਕਿਹੜੀ ਸੈਟੇਲਾइट है ਜਿਹੜੀ ਚਾਈਨਾਜ਼ ਨੇ ਲਾਂਚ ਕੀਤੀ ਹੈ ਬੱਚੋ। ਹਾਂਜੀ, पोलारिस नहीं, मिशन ਸੀਗਾ ਬੱਚੋ, मिशन चाइना ਦਾ चेज, ठीक है, तो चेज मिशन है, चेज सैटेलाइट सीगी, ठीक है, तो चेज मिशन है टू डिस्कवर न्यू पैटर्न इन सोलर रेडिएशन। तो चेज है चाइनीज एच अल्फा सोलर एक्सप्लोरर, फुल फॉर्म है दी, ठीक है, तो चाइनीज एच अल्फा सोलर एक्सप्लोरर। तो बस चेज मिशन याद रखना, कहता चाइना का किस प्लैनेट नाल या किस सेलेस्टियल बॉडी नाल एसोसिएटेड है, सन, ठीक है, बस इतना याद रखना। मालाबार रिवर फेस्टिवल बहुत इंपॉर्टेंट है, कितने मनाया जा रहा, मालाबार कोस्ट कितने, मालाबार कोस्ट केरला विच, ठीक है, तो केरला ਦੇ ਵਿੱਚ ਫੈਸਟੀਵਲ ਮਨਾਇਆ ਜਾ ਰਿਹਾ ਮਾਲਾਬਾਰ ਰਿਵਰ ਫੈਸਟੀਵਲ। ਸਭ ਤੋਂ ਇੰਪੋਰਟੈਂਟ ਆ ਬੱਚੋ ਕਿਹੜੀ ਹੈ, ਪਤਾ ਕੀ ਕਰ ਰਿਹਾ ਪਿਆ, ਕਿਹੜਾ ਸਪੋਰਟਸ ਹੁੰਦਾ ਹੈ, ਰਿਵਰ ਰਾਫਟਿੰਗ ਚ ਤਾਂ ਗੁਬਾਰੇ ਵਾਲੀ ਕਿਸ਼ਤੀ ਹੁੰਦੀ ਹੈ। ਹਾਂ, ਦਿਸ ਇਜ਼ ਕਯਾਕਿੰਗ, ਜਦੋਂ ਡੁੱਬਣ ਲੱਗ ਜਾਏ ਤਾਂ ਬੰਦਾ ਆਂਦਾ ਬਚਾਣ ਰਿਵਰ ਰਾਫਟਿੰਗ ਚ, ਠੀਕ ਹੈ, ਕਯਾਕ ਕਹਿੰਦੇ ਨੇ, ਕਯਾਕਿੰਗ ਕਹਿੰਦੇ ਆ। ਕੀਤੀ ਕਦੇ ਰਿਵਰ ਰਾਫਟਿੰਗ, ਨਾ ਹੀ ਕਰਿਓ ਹੈ ਕੋਈ। ਮੈਂ ਤਾਂ ਇੱਕ ਵਾਰ ਕੀਤੀ ਸੀ, ਮਤਲਬ ਦੋ ਵਾਰ ਕਰ ਲਈ ਵੈਸੇ ਤਾਂ, ਸਹੀ ਤਾਂ ਇੱਕ ਵਾਰ ਕੀਤੀ ਸੀ, ਉਸ ਤੋਂ ਬਾਅਦ ਦੁਬਾਰਾ ਕਰਨ ਦਾ ਜੀ ਨਹੀਂ ਕੀਤਾ। ਪਤਾ ਕੀ ਪ੍ਰੋਬਲਮ ਹੁੰਦੀ ਹੈ, ਸਭ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਹੈ, ਇਹ ਉਹੋ ਜਿਹਾ ਇਵੈਂਟ ਹੈ ਜਿਸ ਚ ਆਪਾਂ ਉਤਰ ਨਹੀਂ ਸਕਦੇ। ਉਹਨੂੰ ਇਹ ਕਹਿੰਦੇ ਸਾਈਡ ਤੇ ਲਗਾ ਦਿਓ, ਸਾਈਡ ਵੀ ਨਹੀਂ ਲਗਾਉਂਦੇ ਕਿਉਂਕਿ ਪਾਣੀ ਸਿੱਧਾ ਜਾਂਦਾ ਹੈ, ਪਾਣੀ ਦੇ ਫਲੋ ਨਾਲ ਹੀ ਜਾਣਾ ਹੈ ਉਹਨੂੰ। ਮੈਂ ਜਦੋਂ ਬੈਠੇ ਸੀ ਹਨਾ, ਜਦੋਂ ਅੱਗੋਂ ਨਾ ਵੇਵ ਆਈ ਜਾਂਦੀ ਸੀ, ਮੈਂ ਕਿਹਾ ਉਤਾਰੋ ਸਾਨੂੰ, ਕਹਿੰਦਾ ਸਰ ਸ਼ਿਪ ਬੈਕ ਨਹੀਂ ਜਾਏਗੀ ਇਹ ਰਾਫਟ ਬੈਕ ਨਹੀਂ ਚਲਦੀ, ਹਨਾ, ਉਹ ਸਾਈਡਾਂ ਤੇ ਪਹਾੜੀਆਂ ਹੁੰਦੀਆਂ, ਕਿਵੇਂ ਉਤਰਾਂਗੇ, ਇੱਕ ਮੌਤ ਕਾ ਕੁआं ਹੈ ਬੱਚੋ ਫਿਰ, ਠੀਕ ਹੈ ਨਾ। ਬਹੁਤ ਥ੍ਰਿਲਿੰਗ ਹੈ ਕਾਫੀ, ਬਟ ਰਿਸਕੀ ਬਹੁਤ ਜ਼ਿਆਦਾ। केरला की कैपिटल त्रिवंतपुरम, चीफ मिनिस्टर पिनरई विजयन, गवर्नर आरिफ मोहम्मद खान, आरिफ मोहम्मद खान। एक्टिविटीज करते रहना चाहिए, मैं बहुत पंगे लिते हैं, ठीक है, मैं मतलब पैराग्लाइडिंग, उस तो बाद ਤੁਹਾਡੀ ਸਕੂਬਾ ਡਾਈਵਿੰਗ ਅਰੇਬੀਅਨ ਸੀ ਦੇ ਵਿੱਚ, आई वेंट आई थिंक 70 मीटर डाउन इनटू द अरेबियन सी, ठीक है, पूरा थल्लों देख के ओशन ਦਾ ਪੂਰਾ ਵੇਖ ਕੇ, ਜਿਹੜਾ ਤੁਹਾਡਾ ਉੱਥੇ ਸਿੰਧੂਗੜ ਫੋਰਟ ਹੈ, ਸਿੰਧੂਗੜ ਫੋਰਟ ਸੁਣਿਆ ਸ਼ਿਵਾ ਜੀ ਦਾ, ਸਿੰਧੂਗੜ ਫੋਰਟ ਹੈ ਤੁਹਾਡਾ ਕੋਂਕਣ ਏਰੀਆ ਵਿੱਚ ਹੈ, ਮਹਾਰਾਸ਼ਟਰ ਵਿੱਚ, ਉੱਥੇ ਕਰਵਾਉਂਦੇ ਆ, 70-80 मीटर ਥੱਲੇ ਲੈ ਜਾਂਦੇ ਆ ਪਾਣੀ ਦੇ, ਪੂਰਾ ਫੋਰਟ ਦਿਖਦਾ ਤੁਹਾਨੂੰ ਕੀ ਕੁਛ ਹੈ। बहुत अच्छी चीज है, एडवेंचरस है, बट जो सबसे ज्यादा रिस्की काम है वो रिवर राफ्टिंग ही है, मतलब उससे वाकई डर लगता है। इवन स्कूबा डाइविंग होगी, पैराग्लाइडिंग होगी, इन्हां च डर नहीं लगता। हाँ, मालाबार रिवर फेस्टिवल याद रखना है, केरला विच है, त्रिवंतपुरम कैपिटल है, पिनरई विजयन चीफ मिनिस्टर है, आरिफ मोहम्मद खान इनके गवर्नर है। What was the rank of India in recently released Environment Performance Index? आ देखो, इस तो बाद आप की एक्सपेक्ट करते हैं इंडिया की रैंक, देख लो सब तो बुरा हाल किहड़ा है, 176, 180 ਦੇਸ਼ਾਂ ਵਿੱਚੋਂ ਆਪਾਂ 176 ਤੇ ਹਾਂ, ਠੀਕ ਹੈ, ਬਿਕੋਜ਼ ਆਫ ਦਿਸ। ਜਿਹੜੇ ਦੇਸ਼ ਚ ਗੰਗਾ ਨੂੰ ਮਾਤਾ ਸਮਝਿਆ ਜਾਂਦਾ ਹੈ, ਉਸ ਚ ਗੰਗਾ ਨਦੀ ਦਾ ਇਹੋ ਜਿਹਾ ਹਾਲ ਹੁੰਦਾ ਹੈ। ਜਿਹੜੀ ਕੰਟਰੀਆਂ ਚ ਨਦੀ ਸਿਰਫ ਇੱਕ ਨਦੀ ਹੁੰਦੀ ਹੈ, ਲੰਡਨ ਵਰਗੇ ਥੇਮਸ ਹਨਾ, ਉਸ ਚੋਂ ਕਿੰਨੀਆਂ ਸਾਫ਼ ਹੁੰਦੀਆਂ। ਤਾਂ ਬੱਚੋ 176 ਰੈਂਕ ਆਪਣੀ 180 ਕੰਟਰੀਆਂ ਵਿੱਚੋਂ, ਪੂਰਾ ਬੁਰਾ ਹਾਲ ਹੈ, ਠੀਕ ਹੈ, ਤਾਂ ਇਹ ਕੰਸਰਨ ਆਪਣੇ ਲਈ ਬਹੁਤ ਵੱਡਾ। कौन रिपोर्ट पब्लिश करता, येल सेंटर फॉर एनवायरमेंटल लॉ एंड कोलंबिया सेंटर फॉर इंटरनेशनल अर्थ साइंस इंफॉर्मेशन नेटवर्क। आज दो इंस्टीट्यूट है, ठीक है, याद रखने की लोड़ नहीं, वैसे बड़े नाम है,
ਤੁਹਾਨੂੰ ਮੇਨ ਇਹੀ ਪੁੱਛਿਆ ਜਾਊਗਾ ਰੈਂਕ ਕੀ ਹੈ ਇੰਡੀਆ ਦੀ। ਪਾਕਿਸਤਾਨ ਆਪਣੇ ਤੋਂ ਉੱਪਰ ਹੈ ਕਿ ਥੱਲੇ ਹੈ? ਪਾਕਿਸਤਾਨ ਦਾ ਆਪਣੇ ਤੋਂ ਵੀ ਬੁਰਾ ਹਾਲ ਹੈ, ਠੀਕ ਹੈ, 1-2 ਰੈਂਕਾਂ ਥੱਲੇ ਹੀ ਹੈ ਪਾਕਿਸਤਾਨ, ਆ ਰਿਹਾ। ਸਭ ਤੋਂ ਟੌਪ ਤੇ ਤਾਂ ਆਹ ਦੇਸ਼ ਹੁੰਦੇ ਆ, ਐਸਟੋਨੀਆ, ਲਗਜ਼ਮਬਰਗ, ਜਰਮਨੀ, ਫਿਨਲੈਂਡ, ਠੀਕ ਹੈ, ਆਹ ਪੂਅਰ ਦੇਸ਼ ਹੈ। ਇਸ 'ਚ ਇੰਡੀਆ, ਮਿਆਂਮਾਰ, ਲਾਓਸ, ਪਾਕਿਸਤਾਨ, ਵੀਅਤਨਾਮ, ਦੇਖਿਆ ਜਾਵੇ ਤਾਂ ਸਾਰੇ ਹੀ ਕਿਹੜੀ ਕੰਟਰੀਜ਼ ਹੈ? ਏਸ਼ੀਅਨ ਕੰਟਰੀਜ਼ ਹੈ, ਠੀਕ ਹੈ, एशियन एंड साउथ एशियन कंट्रीज है, साउथ एशियन एंड साउथ ईस्ट एशियन। देखो, हाउ हाई इज द चेनाब रिवर ब्रिज क्रॉस द चेनाब रिवर। दुनिया का सब तो उच्चा रेल ब्रिज बनया चेनाब रिवर के उपर, ਇਹਦੀ ਹਾਈਟ ਪੁੱਛੀ ਹੈ ਕਿੰਨੀ ਹੈ। ਹਾਊ ਹਾਈ ਇਜ਼ ਚਨਾਬ ਰੇਲ ਬ੍ਰਿਜ, ਤਾਂ ਇਹੋ ਜਿਹਾ ਕੁਐਸਚਨ ਅਕਸਰ ਪੁੱਛਿਆ ਜਾਂਦਾ ਹੈ। ਹਾਈਟ ਦੱਸੋ ਇਹਦੀ ਕਿੰਨੀ ਹੈ? 359, ਸ਼ਾਬਾਸ਼ ਬੱਚੋ, 359 ਫੀਟ ਹੈ, ਮੀਟਰ ਸੌਰੀ, ਠੀਕ ਹੈ, 359 ਮੀਟਰ ਦੇ ਉਚਾਈ ਦਾ ਇਹ ਬ੍ਰਿਜ ਹੈ, ਚਨਾਬ ਨਦੀ ਤੇ ਬਣਿਆ ਹੋਇਆ ਜੰਮੂ ਕਸ਼ਮੀਰ ਚ, ਠੀਕ ਹੈ, ਤਾਂ ਯਾਰ ਆ ਥੋੜੇ ਇਹਦੇ ਬਾਰੇ ਪਤਾ ਹੋਣਾ ਚਾਹੀਦਾ, ਠੀਕ ਹੈ। एक्स्ट्रा इन्फॉर्मेशन पाई सिंधी ऐड हुई नहीं, शायद नहीं हुई, चलो कोई गल नहीं। लास्ट करंट अफेयर आज दा, वी शांताराम लाइफ टाइम अचीवमेंट अवार्ड फॉर 2024 ਇਹ ਕਿਹਨੂੰ ਮਿਲਿਆ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਵਿੱਚ? ਲਾਈਫ ਟਾਈਮ ਅਚੀਵਮੈਂਟ ਅਵਾਰਡ शांताराम लाइफ टाइम अचीवमेंट अवार्ड ਤਾਂ ਬੱਚੋ ਸੁਬੀਆ ਨਾਲਾਮੁੱਠੂ ਨੂੰ ਮਿਲਿਆ, ਯਾਦ ਰੱਖਣਾ ਹੈ, ਸੁਬੀਆ ਨਾਲਾਮੁੱਠੂ ਵਾਈਲਡ ਲਾਈਫ ਮਤਲਬ ਫਿਲਮ ਡਾਇਰੈਕਟਰ ਹੈ, ਵਾਈਲਡ ਲਾਈਫ ਦੇ ਉੱਪਰ ਫਿਲਮਾਂ ਬਣਾਉਂਦੇ ਜ਼ਿਆਦਾ, ਇਹਨਾਂ ਨੂੰ ਮਿਲਿਆ ਸੁਬੀਆ ਨਾਲਾਮਠ, ਠੀਕ ਹੈ। क्लियर, ਚਲੋ ਇੱਕ ਆ ਵੀ ਕਰ ਹੀ ਲੈਂਦੇ ਹਾਂ। ਗਲੋਬਲ ਪੀਸ ਇੰਡੈਕਸ 2024 ਵਿੱਚ ਇੰਡੀਆ ਦੀ ਰੈਂਕ, what was the rank of India in global peace index out of 163 countries? बच्चों 116 रैंक है इंडिया का, 116th रैंक है। ਜਿਹੜਾ ਯਨਮ ਦੇਸ਼ ਹੈ ਇਹ ਪੂਰ ਹੈ, ਸਭ ਤੋਂ ਜ਼ਿਆਦਾ ਅਨਪੀਸਫੁਲ ਕੰਟਰੀ ਹੈ ਯਨਮ, ਠੀਕ ਹੈ, ਤਾਂ ਯਾਦ ਰੱਖਣਾ ਹੈ। ਤਾਂ ਯਮਨ ਇਹੋ ਜਿਹਾ ਕੰਟਰੀ ਹੈ ਜਿਹੜਾ ਲੀਸਟ ਪੀਸਫੁਲ ਹੈ, ਤਾਂ ਇਹ ਚੀਜ਼ਾਂ ਯਾਦ ਰੱਖਣੀ ਹੈ। ਆ ਸਭ ਤੋਂ ਪੀਸਫੁਲ ਕੰਟਰੀਜ਼ ਹੈ। ਆਈਸਲੈਂਡ, ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਆਈਸਲੈਂਡ ਕੋਲ ਤਾਂ ਮਿਲਿਟਰੀ ਵੀ ਹੈ ਨਹੀਂ ਆਪਣੀ, they don't invest in military। ਚਲੋ ਇੱਕ ਆ ਸਕੀਮ ਹੈ NFIES, ਤਾਂ ਇਹਨੂੰ ਲਾਂਚ ਕੀਤਾ ਯੂਨੀਅਨ ਕੈਬਨਿਟ ਨੇ, ਇਹਦੀ ਫੁੱਲ ਫਾਰਮ ਪੁੱਛੀ ਹੈ, ਤੇ ਪਹਿਲੀ ਗੱਲ ਇਹ ਕਿਹੜੇ ਸੈਕਟਰ ਨਾਲ ਰਿਲੇਟਡ ਹੈ? ਹਾਂਜੀ, ਬੱਚੇ ਫੋਰੈਂਸਿਕ ਸਾਇੰਸ ਨਾਲ ਰਿਲੇਟਡ ਸਕੀਮ ਹੈ। ਕ੍ਰਿਮੀਨਲ ਜਸਟਿਸ ਸਿਸਟਮ ਨੂੰ ਸਟਰੋਂਗ ਬਣਾਉਣ ਦੇ ਲਈ ਨਾ ਫੋਰੈਂਸਿਕ ਦਾ ਰੋਲ ਬਹੁਤ ਵੱਡਾ ਹੁੰਦਾ, ਠੀਕ ਹੈ। ਇਨਵੈਸਟੀਗੇਸ਼ਨ ਫੇਰ ਹੀ ਅੱਛੀ ਹੋਊਗੀ ਜੇ ਫੋਰੈਂਸਿਕ ਡਿਪਾਰਟਮੈਂਟ ਅੱਛਾ ਹੋਊਗਾ। ਤਾਂ ਮਿਨਿਸਟਰੀ ਆਫ ਹੋਮ ਅਫੇਅਰ ਦੇ ਅੰਡਰ ਸਕੀਮ ਲਾਂਚ ਕੀਤੀ ਗਈ ਹੈ, ਠੀਕ ਹੈ, ਤਾਂ ਜਿਹੜਾ ਆਪਣਾ ਫੋਰੈਂਸਿਕ ਇੰਫਰਾਸਟ੍ਰਕਚਰ ਹੈ ਉਹਨੂੰ ਵਧੀਆ ਬਣਾਉਣ ਦੇ ਲਈ, ਠੀਕ ਹੈ, ਤਾਂ ਯਾਦ ਰੱਖਣਾ ਹੈ ਮਿਨਿਸਟਰੀ ਆਫ ਹੋਮ ਅਫੇਅਰ ਦੀ ਸਕੀਮ ਹੈ ਨੈਸ਼ਨਲ ਫੋਰੈਂਸਿਕ ਇੰਫਰਾਸਟ੍ਰਕਚਰ ਇਨਹਾਂਸਮੈਂਟ ਸਕੀਮ ਟੂ ਇੰਪਰੂਵ ਦਾ ਕ੍ਰਿਮੀਨਲ ਜਸਟਿਸ ਸਿਸਟਮ ਇਨ ਇੰਡੀਆ, ਠੀਕ ਹੈ। ਹੁਣ ਆਪਣੇ ਕੀ ਹੁੰਦਾ, ਕ੍ਰਾਈਮ ਹੁੰਦਾ, ਪੁਲਿਸ ਵਾਲਿਆਂ ਨੂੰ ਐਕਚੁਅਲੀ ਕੈਪੈਸਿਟੀ ਬਿਲਡਿੰਗ ਹੀ ਨਹੀਂ ਹੁੰਦੀ, ਨਾ ਉਹਨਾਂ ਨੂੰ ਟ੍ਰੇਨਿੰਗ ਹੁੰਦੀ ਕਿ ਉਹਨੂੰ ਹੈਂਡਲ ਕਿਵੇਂ ਕਰਨਾ, ਸਾਰੇ ਨਿਸ਼ਾਨ ਤਾਂ ਪੁਲਿਸ ਹੀ ਖਤਮ ਕਰ ਦਿੰਦੀ ਹੈ, ਠੀਕ ਹੈ, ਸਬੂਤ ਤਾਂ। ਇਸ ਕਰਕੇ ਆ ਬਣਾਇਆ ਗਿਆ ਨੈਸ਼ਨਲ ਫੋਰੈਂਸਿਕ ਇੰਫਰਾਸਟ੍ਰਕਚਰ ਇਨਹਾਂਸਮੈਂਟ ਸਕੀਮ, ਮਿਨਿਸਟਰੀ ਆਫ ਹੋਮ ਅਫੇਅਰ ਦੇ ਅੰਡਰ ਆਊਗੀ ਇਹ ਸਕੀਮ, ਯਾਦ ਰੱਖਣੀ ਹੈ, ਠੀਕ ਹੈ। ਬਸ ਡਨ, ਅੱਜ ਦੇ ਲਈ ਨਹੀਂ, 27 ਕਰ ਲੈ, ਬਸ ਖਤਮ ਹੋ ਗਿਆ। ਯਾਦ ਕਰਕੇ ਆਇਓ ਕੱਲ, ਠੀਕ ਹੈ, ਸਾਰੇ ਕਰੰਟ ਅਫੇਅਰਸ।